Hello everyone, welcome back to Suksham Ma'am ki classes. I hope you all are doing great. In today's video, we are going to learn short questions of lesson number 1, The Happy Prince, ਜਿਹਦੇ answers ਤੁਸੀਂ ਜਾਂ 15 ਤੋਂ 20 words ਚ ਦੇਣੇ ਨੇ ਜਾਂ ਫਿਰ ਤੁਹਾਨੂੰ 30 ਤੋਂ 50 words ਦੇ ਵਿੱਚ ਦੇਣੇ ਨੇ। Important MCQs ਇਸ chapter ਦੇ already uploaded ਨੇ। ਲਿੰਕ ਤੁਹਾਨੂੰ ਇਸ ਵਕਤ ਉੱਪਰ ਸ਼ੋ ਹੋ ਰਿਹਾ ਹੋਏਗਾ ਜਾਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ। ਡੂ ਵਾਚ ਇਟ ਵਨਸ ਸੋ ਦੈਟ ਤੁਸੀਂ ਇਸ ਚੈਪਟਰ ਨੂੰ ਚੰਗੀ ਤਰ੍ਹਾਂ ਪ੍ਰਿਪੇਅਰ ਕਰ ਸਕੋ ਆਪਣੇ ਅਪਕਮਿੰਗ ਐਗਜ਼ਾਮਸ ਦੇ ਲਈ। So let's start. Question number 1. Where did the statue of the Happy Prince stand? Chapter ਦੇ ਵਿੱਚ ਜੋ Happy Prince ਦਾ statue ਹੈ ਪੁਤਲਾ ਹੈ ਉਹ ਕਿੱਥੇ ਖਲੋਤਾ ਹੈ? Answer. The statue of the Happy Prince stood on a tall column above the city. ਜੋ Happy Prince ਦਾ statue ਸੀ ਉਹ ਸ਼ਹਿਰ ਦੇ ਇੱਕ ਉੱਚੇ ਕਾਲਮ ਦੇ ਉੱਪਰ ਖੜਾ ਸੀ। ਹੁਣ ਬੱਚੇ ਬਹੁਤ ਗਲਤੀ ਕਰਦੇ ਨੇ ਕਿ ਕੁਐਸਚਨ ਵਿੱਚ ਸਟੈਂਡ ਹੈ ਤੇ ਇਸ ਲਈ ਆਨਸਰ 'ਚ ਵੀ ਸਟੈਂਡ ਲਿਖ ਦਿੰਦੇ ਨੇ। ਦੈਟਸ ਰੋਂਗ। ਕੁਐਸਚਨ ਵਿੱਚ ਫਸਟ ਫਾਰਮ ਹੈ ਬਟ ਆਨਸਰ ਦੇ ਵਿੱਚ ਹਮੇਸ਼ਾ ਸੈਕੰਡ ਫਾਰਮ ਹੀ ਆਂਦਾ ਹੈ। ਇੱਥੇ ਫਸਟ ਫਾਰਮ ਇਸ ਲਈ ਆ ਰੱਖਿਆ ਹੈ ਬਿਕੋਜ਼ ਡਿਡ ਦੇ ਨਾਲ ਹਮੇਸ਼ਾ ਵਰਬ ਦੀ ਫਸਟ ਫਾਰਮ ਆਂਦੀ ਹੈ ਬਟ ਆਨਸਰ ਦੇ ਵਿੱਚ ਹਮੇਸ਼ਾ ਵਰਬ ਸੈਕੰਡ ਫਾਰਮ ਹੀ ਲਿਖੀ ਜਾਏਗੀ। ਕੁਐਸਚਨ ਨੰਬਰ 2, ਹਾਊ ਵਾਸ ਦੀ ਸਟੈਚੂ ਡੈਕੋਰੇਟਡ? ਹੁਣ ਜੋ ਸਾਡਾ ਪੁਤਲਾ ਸੀ ਉਹਨੂੰ ਕਿਵੇਂ ਸਜਾਇਆ ਗਿਆ ਸੀ? ਇੱਥੇ ਵੇਖੋ was ਦਾ decorated ਆਇਆ verb second form ਆਈ ਹੈ। ਜੇ did ਹੁੰਦਾ ਤਾਂ decorate ਆਂਦਾ। Answer. The statue was decorated with thin leaves of fine gold, a red ruby and 2 sapphires. ਉਹਨੂੰ ਸਟੈਚੂ ਨੂੰ ਪੁਤਲੇ ਨੂੰ thin leaves of fine gold मतलब कि सोने ਨੂੰ किस चीज ਵਿੱਚ किस रूप ਵਿੱਚ चेंज ਕੀਤਾ ਗਿਆ? ਉਹਦੀ ਸ਼ੇਪ ਬਣਾ ਦਿੱਤੀ ਗਈ ਪਤਲੇ ਜੇ ਲੀਵਸ ਦੇ ਵਿੱਚ ਉਹਦੇ ਨਾਲ ਸਜਾਇਆ ਗਿਆ। ਉਹਦੇ ਉੱਪਰ ਇੱਕ ਲਾਲ ਰੰਗ ਦੀ ਰੂਬੀ ਲਾਈ ਗਈ ਤੇ 2 ਸਫਾਇਰਸ ਵੀ ਲਾਏ ਗਏ। ਥਰਡ, ਵੇਅਰ ਵਾਸ ਦੀ ਸਵੈਲੋ ਗੋਇੰਗ? ਹੁਣ ਚੈਪਟਰ ਦੇ ਵਿੱਚ ਇੱਕ ਪੰਛੀ ਹੈ ਜੋ ਹੈ ਸਵੈਲੋ। ਉਹ ਕਿੱਥੇ ਜਾ ਰਿਹਾ ਸੀ ਇਹ ਪੁੱਛਿਆ ਜਾ ਰਿਹਾ ਹੈ। ਆਨਸਰ. ਦ ਸਵੈਲੋ ਵਾਸ ਗੋਇੰਗ ਟੂ ਇਜਿਪਟ। ਸਵੈਲੋ ਇਜਿਪਟ ਜਾ ਰਿਹਾ ਸੀ। ਹੁਣ ਇਹ ਵੇਖੋ was going to Egypt मतलब कि ਤੁਹਾਡੀ ਕਿਹੜਾ ਟੈਂਸ ਬਣ ਰਿਹਾ ਹੈ? ਇਹ ਟੈਂਸ ਬਣ ਰਿਹਾ ਹੈ past continuous ਕਿਉਂਕਿ verbs first ਤੁਹਾਡਾ verbs ਤੁਹਾਡਾ ਆ ਰਿਹਾ ਹੈ ਇੱਥੇ was plus verbs first form plus ing ਜੋ ਹੁੰਦਾ ਹੈ past continuous ਦਾ। So he was going to Egypt. His friends had already gone there ਤੇ ਉਹਦੇ ਜੋ ਦੋਸਤ ਸੀਗੇ ਉਹ already ਉੱਥੇ ਜਾ ਚੁੱਕੇ ਸਨ। Why did the swallow put up between the feet of the happy prince? ਹੁਣ ਜੋ swallow ਸੀਗਾ ਉਹ happy prince ਦੇ ਪੈਰਾਂ ਦੇ ਵਿੱਚ ਕਿਉਂ ਰੁਕ ਗਿਆ ਸੀ? Put up ਦਾ ਮਤਲਬ ਹੁੰਦਾ ਹੈ ਕਿੱਥੇ ਰਹਿਣਾ। For example ਜੇ ਤੁਹਾਨੂੰ ਪੁੱਛਦੀ ਹਾਂ ਕਿ where do you put up? That means ਕਿ ਤੁਸੀਂ ਕਿੱਥੇ ਰਹਿੰਦੇ ਹੋ। So instead of asking where do you live, you can ask where do you put up? Answer is it was a fine place with plenty of fresh air. ਕਿ ਉਹ ਉੱਥੇ ਇਸ ਲਈ ਰੁਕਿਆ ਸੀ ਕਿਉਂਕਿ ਉੱਥੇ ਬਹੁਤ ਵਧੀਆ ਥਾਂ ਸੀਗੀ ਜਿੱਥੇ ਬਹੁਤ ਅੱਛੀ ਤਾਜ਼ੀ ਹਵਾ ਆ ਰਹੀ ਸੀ। So the swallow put up between the feet of the happy prince. ਇਸ ਲਈ swallow ਨੇ ਕੀ ਡਿਸਾਈਡ ਕੀਤਾ ਕਿ ਉਹ ਕਿੱਥੇ ਰਹੇਗਾ? ਉਹ feet ਦੇ happy prince ਦੇ feet 'ਚ ਰਹੇਗਾ, ਪੈਰਾਂ 'ਚ ਰਹੇਗਾ। feet मतलब 2 ਪੈਰ, foot मतलब 1, ਠੀਕ ਹੈ। Next, where were the drops coming from? ਹੁਣ ਜੋ ਬੂੰਦਾਂ ਡਿੱਗ ਰਹੀਆਂ ਸਨ ਸਵੈਲੋ ਦੇ ਉੱਪਰ ਚੈਪਟਰ ਦੇ ਵਿੱਚ ਉਹ ਕਿੱਥੋਂ ਆ ਰਹੀਆਂ ਸਨ? Answer. The drops were coming from the eyes of the statue of the happy prince. ਹੁਣ ਜੋ drops ਆ ਰਹੀ ਸਨ ਬੂੰਦਾਂ ਆ ਰਹੀਆਂ ਸਨ ਉਹ happy prince ਦੇ ਸਟੈਚੂ ਦੇ ਅੱਖਾਂ ਵਿੱਚੋਂ ਡਿੱਗ ਰਹੀਆਂ ਸਨ। Why was the happy prince crying? ਹੁਣ ਜੋ happy prince ਦਾ ਪੁਤਲਾ ਸੀਗਾ ਉਹ ਕਿਉਂ ਰੋ ਰਿਹਾ ਸੀ? Answer. The happy prince was crying to see the sorrow and misery of the city's people. ਕਿ ਆਪਣੇ ਸ਼ਹਿਰ ਦੇ ਲੋਕਾਂ ਦੇ ਵਿੱਚ ਉਹਨਾਂ ਦੀ ਜੋ ਦੁੱਖ ਸੀ ਤਕਲੀਫ ਸੀ ਉਹਨਾਂ ਨੂੰ ਵੇਖ ਕੇ ਉਹ ਰੋ ਰਿਹਾ ਸੀ। Question number 7. Why did the seamstress little boy crying? ਹੁਣ ਚੈਪਟਰ ਦੇ ਵਿੱਚ ਜੋ seamstress ਸੀ ਉਹਦਾ ਛੋਟਾ ਮੁੰਡਾ ਕਿਉਂ ਰੋ ਰਿਹਾ ਸੀ? Answer. The little boy was ill. He had fever. He was crying for oranges. जो छोटा मुंडा सी वो बीमार सी ਉਹਨੂੰ ਬੁਖਾਰ ਸੀ
ਤੇ ਉਹ ਸੰਤਰਿਆਂ ਲਈ ਰੋ ਰਿਹਾ ਸੀ। ਕੁਐਸਚਨ ਨੰਬਰ 8, ਵਾਈ ਡਿਡ ਦ ਸਵੈਲੋ ਫੀਲ ਵਾਰਮ? ਹੁਣ ਜੋ ਸਵੈਲੋ ਸੀ ਉਹਨੂੰ ਵਾਰਮ ਨਿੱਘਾ ਕਿਉਂ ਮਹਿਸੂਸ ਹੋਇਆ? ਆਂਸਰ, the swallow had done a good deed, so he felt warm. ਜੋ swallow ਸੀ ਉਹਨੇ ਇੱਕ ਅੱਛਾ ਕਰਮ ਕੀਤਾ ਸੀ, ਇਸ ਲਈ ਉਹਨੂੰ ਨਿੱਘਾਪਨ ਫੀਲ ਹੋ ਰਿਹਾ ਸੀ, ਮਹਿਸੂਸ ਹੋ ਰਿਹਾ ਸੀ। Now see again question ਵਿੱਚ first form ਹੈ verb ਦੀ, but ਤੁਸੀਂ ਆਂਸਰ ਦੇ ਵਿੱਚ second ਲਿਖਣੀ ਹੈ felt. Why was the match girl crying? ਹੁਣ ਜੋ match girl ਸੀ ਉਹ ਕਿਉਂ ਰੋ ਰਹੀ ਸੀ? Answer, the match girl was crying because her matches had fallen into the gutter. Match girl ਇਸ ਲਈ ਰੋ ਰਹੀ ਸੀ ਕਿਉਂਕਿ ਜੋ ਉਹਦੇ ਮੈਚ ਸਟਿਕਸ ਸੀਗੇ ਉਹ ਸਾਰੇ ਗਟਰ ਦੇ ਵਿੱਚ ਡਿੱਗ ਗਏ ਸਨ। 10th, why was the statue of Happy Prince pulled down? ਜੋ ਹੈਪੀ ਪ੍ਰਿੰਸ ਦਾ ਸਟੈਚੂ ਸੀ ਉਹਨੂੰ ਅੰਤ ਦੇ ਵਿੱਚ ਥੱਲੇ ਢਾ ਕਿਉਂ ਦਿੱਤਾ ਗਿਆ ਸੀ? Answer, the statue had lost all its gold, ruby and sapphires. It looked dull and grey, so it was pulled down. ਸਟੈਚੂ ਦਾ ਸਾਰਾ ਗੋਲਡ, ਰੂਬੀ, ਸਫਾਇਰਸ ਜੋ ਲੱਗੇ ਹੋਏ ਸੀ ਉਹਨੂੰ, ਉਹ ਸਾਰੇ ਹੁਣ ਖਤਮ ਹੋ ਚੁੱਕੇ ਸਨ, ਲੋਸਟ ਹੋ ਚੁੱਕੇ ਸਨ, ਗਵਾ ਚੁੱਕੇ ਸਨ। ਹੁਣ ਉਹ ਬਹੁਤ ਹੀ ਬੇਕਾਰ ਤੇ ਡਲ ਤੇ ਗ੍ਰੇ ਕਲਰ ਦਾ ਲੱਗਦਾ ਪਿਆ ਸੀਗਾ, ਇਸ ਲਈ ਉਹਨੂੰ ਥੱਲੇ ਢਾ ਦਿੱਤਾ ਗਿਆ। 11th, what were the two most precious things in the city? ਸ਼ਹਿਰ ਦੇ ਵਿੱਚ ਸਭ ਤੋਂ ਮੂલ્‍යਵਾਨ ਦੋ ਚੀਜ਼ਾਂ ਕਿਹੜੀਆਂ ਸਨ? Answer, the dead swallow and the broken lead heart of the happy prince were the two most precious things in the city. ਜੋ swallow ਦਾ dead ਸ਼ਰੀਰ ਸੀਗਾ ਉਹ ਤੇ ਜੋ happy prince ਦਾ lead ਦਾ ਟੁੱਟਿਆ ਹੋਇਆ ਦਿਲ ਸੀ ਉਹ ਸਭ ਤੋਂ ਮੂલ્ਯਵਾਨ ਚੀਜ਼ਾਂ ਸਨ ਸ਼ਹਿਰ ਦੇ ਵਿੱਚ। The two most precious things in the city. ਹੁਣ ਅਗਲੇ ਕੁਐਸਚਨਸ ਦਾ ਆਨਸਰ ਤੁਸੀਂ 30 ਤੋਂ 50 ਵਰਡਸ ਦੇਣਾ ਹੈ। ਕੁਐਸਚਨ ਨੰਬਰ 1, why was the prince called the happy prince? ਉਸ ਪ੍ਰਿੰਸ ਨੂੰ, ਸ਼ਹਿਜ਼ਾਦੇ ਨੂੰ ਹੈਪੀ ਪ੍ਰਿੰਸ ਕਿਉਂ ਕਿਹਾ ਜਾਂਦਾ ਸੀ? ਮਤਲਬ ਖੁਸ਼ ਰਹਿਣ ਵਾਲਾ ਸ਼ਹਿਜ਼ਾਦਾ ਕਿਉਂ ਕਿਹਾ ਜਾਂਦਾ ਸੀ? The prince lived in a palace. ਜੋ ਪ੍ਰਿੰਸ ਸੀਗਾ ਉਹ ਇੱਕ ਪੈਲੇਸ ਦੇ ਵਿੱਚ ਰਹਿੰਦਾ ਸੀ, ਠੀਕ ਹੈ। No sorrow was allowed to enter there. ਉਹਦੇ ਵਿੱਚ ਕਿਸੇ ਤਰ੍ਹਾਂ ਦੇ ਦੁੱਖ ਨੂੰ ਆਉਣ ਦੀ ਇਜਾਜ਼ਤ ਨਹੀਂ ਸੀ, ਕਿਹਦੇ ਵਿੱਚ? ਉਸ ਪੈਲੇਸ ਦੇ ਵਿੱਚ। When he was alive, ਜਦੋਂ ਉਹ ਜ਼ਿੰਦਾ ਸੀ, he tasted no sorrow. ਉਹਨੂੰ ਕਿਸੇ ਵੀ ਦੁੱਖ ਤਕਲੀਫ ਦਾ ਨਹੀਂ ਸੀ ਪਤਾ। He did not know what tears were. ਉਹਨੂੰ ਇਹ ਵੀ ਨਹੀਂ ਪਤਾ ਸੀ ਕਿ ਆਂਸੂ ਕੀ ਹੁੰਦੇ ਨੇ, tears ਕੀ ਹੁੰਦੇ ਨੇ। He lived and died happily. ਉਹ ਖੁਸ਼ੀ-ਖੁਸ਼ੀ ਜੀਆ ਤੇ ਖੁਸ਼ੀ-ਖੁਸ਼ੀ ਉਹ ਮਰ ਗਿਆ। So he was called the happy prince. ਇਸ ਲਈ ਉਹਨੂੰ ਇੱਕ happy prince ਕਿਹਾ ਜਾਂਦਾ ਸੀ। Question number 2, why did the mayor dislike the statue so much? ਹੁਣ ਮੇਅਰ ਜੋ ਸੀਗਾ ਸਿਟੀ ਦਾ ਉਹ ਸਟੈਚੂ ਨੂੰ ਇੰਨਾ ਡਿਸਲਾਈਕ ਕਿਉਂ ਕਰ ਰਿਹਾ ਸੀਗਾ? Answer, the statue had lost all its gold, ruby and sapphires. It looked dull and grey. It looked like a beggar. So the mayor disliked the statue so much. He also ordered to pull it down. ਹੁਣ ਜੋ ਤੁਹਾਨੂੰ ਪਤਾ ਹੀ ਹੈ ਕਿ ਸਟੈਚੂ ਨੇ, ਜੋ ਹੈਪੀ ਪ੍ਰਿੰਸ ਸੀ, ਉਹਨੇ ਸਭ ਕੁਝ ਆਪਣਾ ਡੋਨੇਟ ਕਰਤਾ ਸੀ, ਦਾਨ ਕਰਤਾ ਸੀ ਲੋਕਾਂ ਦੇ ਦੁੱਖ ਤਕਲੀਫ ਖਤਮ ਕਰਨ ਲਈ। ਇਸ ਕਾਰਨ ਉਹ ਸਟੈਚੂ ਦੇ ਸਾਰਾ ਗੋਲਡ, ਰੂਬੀ, ਸਫਾਇਰ ਸਭ ਕੁਝ ਜਾ ਚੁੱਕੇ ਸਨ। ਹੁਣ ਉਹ ਬਹੁਤ ਹੀ ਬੇਕਾਰ, ਡਲ ਤੇ ਗ੍ਰੇ ਰੰਗ ਦਾ ਲੱਗਦਾ ਪਿਆ ਸੀ। ਇਹੋ ਜਿਹਾ ਲੱਗਦਾ ਸੀ ਜਿਵੇਂ ਇੱਕ ਬੈਗਰ ਖੜਾ ਹੈ। ਇਸ ਲਈ ਮੇਅਰ ਨੂੰ ਉਹ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ ਤੇ ਉਹਨੇ ਉਹਨੂੰ ਆਰਡਰ ਦੇ ਕੇ ਥੱਲੇ, ਮਤਲਬ ਕਿ ਪੁੱਲ ਡਾਊਨ ਕਰਾਤਾ, ਥੱਲੇ ਢਾਤਾ ਸੀ ਉਹਨੇ। Question number 3, write a short note on the sufferings of the poor people in the city. ਹੁਣ ਸ਼ਹਿਰ ਦੇ ਵਿੱਚ ਜੋ ਗਰੀਬ ਲੋਕ ਰਹਿ ਰਹੇ ਸਨ ਉਹ ਕਿਸ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਨ ਉਹਦੇ ਬਾਰੇ ਤੁਸੀਂ ਇੱਕ ਛੋਟਾ ਜਿਹਾ ਨੋਟ ਲਿਖਣਾ ਹੈ। Answer, the poor people lived a miserable life. ਬੜੇ ਹੀ ਗਰੀਬੀ ਦੇ ਵਿੱਚ, ਬੜੇ ਦੁੱਖ ਤਕਲੀਫ ਦੇ ਵਿੱਚ ਉਹ ਗਰੀਬ ਜੋ ਲੋਕ ਸੀ ਆਪਣੀ ਜ਼ਿੰਦਗੀ ਨੂੰ ਜੀ ਰਹੇ ਸਨ। There was a poor seamstress. ਇੱਕ seamstress lady ਸੀ ਜੋ ਬਹੁਤ ਗਰੀਬ ਸੀ। Her little boy had fever. ਉਹਦੇ ਛੋਟੇ ਜਿਹੇ ਮੁੰਡੇ ਨੂੰ ਬੁਖਾਰ ਸੀ। He was crying for oranges. ਉਹ ਸੰਤਰਿਆਂ ਲਈ ਰੋ ਰਿਹਾ ਸੀ। The writer could not complete his play without firewood. ਫਾਇਰ ਜਲਾਉਣ ਲਈ ਜੋ ਵੁੱਡ ਦੀ ਰਿਕੁਆਇਰਮੈਂਟ ਸੀ ਉਹ ਤੋਂ ਬਿਨਾਂ ਜੋ ਰਾਈਟਰ ਸੀ ਉਹ ਆਪਣਾ ਪਲੇ ਨਹੀਂ ਲਿਖ ਪਾ ਰਿਹਾ ਸੀ। The matches of the match girl had fallen into the gutter.
ਜੋ ਮੈਚ ਗਰਲ ਸੀ, ਜੋ ਮੈਚ ਸਟਿਕਸ ਵੇਚ ਰਹੀ ਸੀ, ਉਹਦੇ ਉਹ ਸਾਰੇ ਮੈਚਸ ਗਟਰ ਦੇ ਵਿੱਚ ਡਿੱਗ ਗਏ ਸਨ। ਇਹ ਵੀ ਇੱਕ ਇਨਸੀਡੈਂਟ ਹੋਇਆ ਸੀ ਸਿਟੀ ਦੇ ਵਿੱਚ। देयर वर हंगरी एंड होमलेस चिल्ड्रन आल्सो, ਤੇ ਉੱਥੇ ਭੁੱਖੇ ਤੇ ਬੇਘਰ ਜਿਨ੍ਹਾਂ ਦਾ ਕੋਈ ਘਰ ਨਹੀਂ ਸੀਗਾ ਇਹੋ ਜਿਹੇ ਬੱਚੇ ਵੀ ਸਨ। Comment on the remark, the living beings always think that gold can make them happy। ਹੁਣ ਇਸ ਰਿਮਾਰਕ ਦੇ ਉੱਪਰ ਤੁਸੀਂ ਲਿਖਣਾ ਹੈ ਕੀ ਲਾਈਨ ਹੈ ਕਿ ਜੋ ਲਿਵਿੰਗ ਬੀਇੰਗ ਹੈ, ਜੋ ਇਨਸਾਨ ਹੈ, ਉਹ ਇਹ ਸੋਚਦਾ ਹੈ ਕਿ ਸੋਨਾ ਸਭ ਨੂੰ ਖੁਸ਼ ਕਰ ਸਕਦਾ ਹੈ। ਸੋਨਾ ਐਜ਼ ਇਨ ਗੋਲਡ। ਆਂਸਰ, ਦ ਲਿਵਿੰਗ ਬੀਇੰਗਸ ਆਰ ਗ੍ਰੀਡੀ ਬਾय नेचर। ਇਸ ਲਾਈਨ ਤੋਂ ਇਹ ਪਤਾ ਚੱਲਦਾ ਪਿਆ ਹੈ ਕਿ ਜੋ ਲੋਕ ਹੈ, ਜੋ ਲਿਵਿੰਗ ਬੀਇੰਗ ਹੈ, ਉਹ ਕੀ ਨੇ, ਉਹ ਗ੍ਰੀਡੀ ਨੇ, ਸੈਲਫਿਸ਼ ਨੇ, ਬੜੇ ਭੁੱਖੇ ਨੇ, ਠੀਕ ਹੈ, ਬਾय नेचर। ਉਹਨਾਂ ਦਾ ਸੁਭਾਅ ਇਹੋ ਜਿਹਾ ਹੈ, ਉਹ ਬੜੇ ਭੁੱਖੇ ਨੇ। ਦੇ ਆਰ ਨੈਵਰ ਸੈਟਿਸਫਾਈਡ, ਉਹ ਕਦੀ ਵੀ ਕਿਸੇ ਚੀਜ਼ ਤੋਂ ਸੈਟਿਸਫਾਈਡ ਨਹੀਂ ਹੁੰਦੇ ਨੇ, ਉਹਨਾਂ ਦਾ ਮਨ ਨਹੀਂ ਭਰਦਾ ਹੈ। ਦੇ ਆਲਵੇਜ਼ ਵਾਂਟ ਮੋਰ, ਯੂ ਨੋ, ਦ ਮੋਰ ਦੇ ਹੈਵ ਦ ਮੋਰ ਦੇ ਵਾਂਟ। ਜਿੰਨਾ ਜ਼ਿਆਦਾ ਉਹਨਾਂ ਕੋਲ ਹੈਗਾ ਹੈ ਓਨਾ ਹੀ ਉਹ ਜ਼ਿਆਦਾ ਹੋਰ ਡਿਜ਼ਾਇਰ ਕਰਦੇ ਨੇ, ਮੰਗਦੇ ਨੇ। ਦੇ ਥਿੰਕ ਦੈਟ ਗੋਲਡ ਕੈਨ ਮੇਕ them ਹੈਪੀ, ਉਹਨਾਂ ਨੂੰ ਲੱਗਦਾ ਹੈ ਕਿ ਸੋਨਾ, ਗੋਲਡ ਉਹਨਾਂ ਨੂੰ ਖੁਸ਼ ਕਰ ਸਕਦਾ ਹੈ। ਬਟ ਦਿਸ ਇਜ਼ ਨॉट ਟਰੂ, ਬਟ ਇਹ ਸੱਚ ਨਹੀਂ ਹੈ। ਦੇ ਸ਼ੁੱਡ ਅੰਡਰਸਟੈਂਡ that the real happiness lies in helping others। ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੋ ਅਸਲ ਵਿੱਚ ਖੁਸ਼ੀ ਜੋ ਹੁੰਦੀ ਹੈ, ਜੋ ਹੈਪੀਨੈਸ ਹੁੰਦੀ ਹੈ, ਉਹ ਦੂਜਿਆਂ ਨੂੰ ਮਦਦ ਕਰਨ ਦੇ ਵਿੱਚ ਮਿਲਦੀ ਹੈ। ਐਂਡ ਵਿਦ ਦਿਸ ਅਸੀਂ ਆਪਣੇ ਸਾਰੇ ਕੁਐਸਚਨਸ ਚੰਗੀ ਤਰ੍ਹਾਂ ਸਮਝ ਕੇ ਰਿਵਾਈਜ਼ ਕਰ ਲਏ ਨੇ। ਇਹਨਾਂ ਨੂੰ ਤੁਸੀਂ ਹੁਣ ਲਰਨ ਕਰਨਾ। ਜੇ ਵੀਡੀਓ ਯੂਜ਼ਫੁਲ ਲੱਗੀ ਹੋਵੇ ਤਾਂ ਇਹਨੂੰ ਲਾਈਕ ਕਰਨਾ, ਸ਼ੇਅਰ ਕਰਨਾ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ ਸੁਖਸ਼ਮ ਮੈਮ ਕੀ क्लासेस। कोई ਇਹੋ ਜਿਹਾ टॉपिक है जो समझ नहीं आ रहा है, कमेंट सेक्शन से लिखो। I'll surely try to make a video on that particular thing। Goodbye, take care, have a nice day।